ਸਮੁੱਚੇ ਸ਼ੰਭੂ ਬੈਰੀਅਲ ਤੇ ਕਿਸਾਨੀ ਨਾਲ ਦਰਦ ਰੱਖਣ ਵਾਲੇ ਸੱਜਣ ਜਣੋ, ਮੇਰੀ ਅਤੇ ਆਪਣੀ ਲਵਾਵੋ ਹਾਜ਼ਰੀ। ਮੁੱਖ ਕਰੋ ਪਵਿੱਤਰ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਗੁਰਮੁਖ ਪਿਆਰਿਓ, ਦਾਸ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਦੀ ਸੰਪਰਤਾ ਦਾ ਜਹੇਦਾਰ ਸੇਵਾਦਾਰ ਹੋਣ ਦੇ ਨਾਤੇ ਮੈਂ ਹਾਜ਼ਰੀ ਲਵਾ ਰਿਹਾ। ਪਰ ਨਾ ਤਾਂ ਸਾਡਾ ਕੋਈ ਬਾਹਲਾ ਬੁਲਾਰਿਆਂ ਦਾ ਕੋਈ ਇਹੋ ਜਿਹਾ ਕਾਰਜ ਹੁੰਦਾ, ਪਰ ਮੈਂ ਇੱਥੇ ਬੈਠਾ ਬੈਠਾ ਸੁਣ ਰਿਹਾ ਸੀ। ਕਿਸਾਨੀ ਨਾਲ ਅਸੀਂ ਸੰਬੰਧਿਤ ਹਾਂ, ਪਰ ਕਈ ਵਾਰੀ ਬੰਦਾ ਵੇਖ ਕੇ ਨਾ ਬਾਣੀ ਦਾ ਫੈਸਲਾ ਹੈ ਵੀ ਸਤ ਸੰਗ ਨਾ ਲੱਭੈ। ਕਿੱਡੀ ਵੱਡੀ ਕੰਡੀਸ਼ਨ ਹੈ ਵੀ ਸਤ ਸੰਗਤ ਲੱਭਦਾ ਨਹੀਂ, ਪਰ ਬਿਨਾਂ ਸੰਗਤ ਤੋਂ ਗੁਰੂ ਸਾਹਿਬ ਕਹਿੰਦੇ ਮੈਲ ਭਰਦੀ ਹੈ। ਇਸ ਕਰਕੇ ਮੈਂ ਵੀ ਦੇਖ ਰਿਹਾ ਸੀ ਕਿ ਜਿਵੇਂ ਮੇਰੇ ਤੋਂ ਪਹਿਲਾਂ ਸੱਜਣ ਇੱਕ ਬਹੁਤ ਵਧੀਆ ਗੱਲ ਬੋਲ ਕੇ ਗਏ ਵੀ ਵੱਡਾ ਕਿਸਾਨ ਤੇ ਛੋਟਾ ਕਿਸਾਨ, ਕਿਸਾਨ ਕਿਸਾਨੀ ਨਾਲ ਸੰਬੰਧਿਤ ਹੈ, ਵੱਡਾ ਬੇਪਰਵਾਹ ਨਾ ਹੋ ਜਾਵੇ ਕਿ ਮੈਂ ਬੇਪਰਵਾਹ ਹੋ ਜਾਵਾਂ, ਮੇਰੇ ਕੋਲੇ 4 ਟਕੇ ਹੈਗੇ ਨੇ। ਮੈਂ ਮਾਫੀ ਚਾਹੁੰਦਾ, ਇੰਨਾ ਜ਼ਿਆਦਾ ਅਸੀਂ ਕਮਜ਼ੋਰ ਹੁੰਦੇ ਜਾਂਦੇ ਹਾਂ ਬੜੇ ਪੱਖਾਂ ਤੋਂ। ਅੱਜ ਜਿਹਦੇ ਭੜੋਲੇ 'ਚ 4 ਦਾਣੇ ਹੈਗੇ ਨਾ, ਸੱਚ ਜਾਣਿਓ, ਆਈਲੈਟ ਕੀਤਾ, ਬੱਚਾ ਪੜ੍ਹ ਲਿਖ ਗਿਆ, ਵਿਦੇਸ਼ ਨੂੰ ਚਲੇ ਗਏ। ਇੱਕ ਮੈਂ ਛੋਟੀ ਜੀ ਕਹਾਣੀ ਪੜ੍ਹੀ ਸੀ ਬਿਰਧ ਆਸ਼ਰਮ ਦੀ। ਉਹ ਬਿਰਧ ਆਸ਼ਰਮ ਦੀ ਕਹਾਣੀ ਇਸ ਤਰ੍ਹਾਂ ਸੀ ਵੀ ਕਿਤੇ 5-7 ਬੱਚੇ ਇਕੱਠੇ ਹੋ ਗਏ। ਉਹ ਇਕੱਠੇ ਹੋ ਕੇ ਉਹਨਾਂ ਨੇ ਦਰਦ ਲਿਆ ਕਿ ਆਪਾਂ ਬਿਰਧ ਆਸ਼ਰਮ ਬਣਾਈਏ। ਉਹ ਬਿਰਧ ਆਸ਼ਰਮ ਬਣਾਉਣ ਦੇ ਲਈ ਜਦੋਂ ਗਰਾਈ ਲਈ ਤੁਰੇ, ਉਹ ਇੱਕ ਮਾਤਾ ਕੋਲ ਗਏ। ਮਾਤਾ ਨੂੰ ਕਹਿੰਦੇ, ਮਾਤਾ ਜੀ ਅਸੀਂ ਆਹ ਪਲਾਨ ਸੋਚਿਆ ਵੀ ਬਿਰਧ ਆਸ਼ਰਮ ਬਣਾਈਏ। ਮਾਤਾ ਨੇ ਕਿਹਾ, ਤੁਹਾਡਾ ਫੁਰਨਾ ਬੜਾ ਚੰਗਾ ਹੈ, ਚੰਗੀ ਗੱਲ ਹੈ, ਬਹੁਤ ਵਧੀਆ ਸੋਚ ਹੈ, ਕੰਮ ਕਰਨਾ ਚਾਹੀਦਾ ਹੈ। ਉਹ ਕਹਿੰਦੀ, ਪੁੱਤਰ ਬਹਿ ਜਾਓ। ਉਹ ਕਹਿੰਦੀ ਵੀ ਮੇਰਾ ਪੋਤਰਾ ਪੜ੍ਹਿਆ ਲਿਖਿਆ ਵਿਦੇਸ਼ ਚਲਾ ਗਿਆ, ਉਹਨੇ ਸਪੋਂਸਰ ਕੀਤੇ, ਮੇਰਾ ਨੂੰਹ ਤੇ ਪੁੱਤ ਵੀ ਵਿਦੇਸ਼ ਚਲੇ ਗਏ ਨੇ। ਕਹਿੰਦੀ ਪੁੱਤ ਹੁਣ ਆ ਜਿਹੜਾ ਘਰ ਹੈ ਬਿਰਧ ਆਸ਼ਰਮ ਹੀ ਹੈ, ਇਹਦੀ ਸੇਵਾ ਸੰਭਾਲ ਤੁਸੀਂ ਮੇਰੀ ਕਰ ਲਓ, ਤੁਹਾਨੂੰ ਬਣਿਆ ਬਣਾਇਆ ਮੈਂ ਸਾਰਾ ਘਰ ਤੁਹਾਡਾ ਹੀ ਹੈ। ਸਾਡੀ ਆਹ ਸਟੇਜ ਹੋਊਗੀ। ਮੈਂ ਮਾਫੀ ਚਾਹੁੰਦਾ, ਮੇਰੇ ਮਨ 'ਚ ਬੈਠਿਆ ਖਿਆਲ ਇਸ ਕਰਕੇ ਵੀ ਪੈਦਾ ਹੋਇਆ, ਅਸੀਂ ਨਿਸ਼ੁਕਰੇ ਵੀ ਬੜੇ ਹਾਂ। ਜਿੱਥੋਂ ਕਈ ਸਾਡੇ ਕੰਮ ਫੇਲ ਹੋ ਜਾਂਦੇ ਨੇ, ਕਿਸੇ ਕੀਤੇ ਕਰਾਏ ਦੀ ਨੇਕੀ ਨੂੰ ਨਿਸ਼ੁਕਰੇ ਹੋ ਜਾਣਾ ਤੇ ਸਮਝ ਲਓ ਇਹ ਵੀ ਬੜੇ ਕੰਮ ਫੇਲ ਹੁੰਦੇ ਨੇ। ਮੈਂ ਪਿੱਛੇ ਜੇ ਇੱਕ ਕਾਰ ਸੇਵਾ ਦੇ ਨਾ ਸੇਵਾਦਾਰ ਦੀ ਕਿਸੇ ਦੀ ਮੂਵੀ ਬਣੀ ਕਿਸੇ ਪਿੰਡ 'ਚ ਮੈਂ ਦੇਖੀ ਸੀ, ਤੇ ਮੈਂ ਦੇਖ ਕੇ ਵੇਖ ਰਿਹਾ ਸੀ ਵੀ ਪੜ੍ਹਾ ਲਿਖਾ ਕੇ ਤਾਂ ਸਭਨਾਂ ਨੇ ਵਿਦੇਸ਼ ਨੂੰ ਪੌੜੀ ਲਾ ਲਈ, ਤੇ ਇੱਥੇ ਪੜ੍ਹਾ ਲਿਖਾ ਕੇ ਸੇਵਾ ਦੇ ਮਾਰਗ ਦਾ ਪਾਂਧੀ ਬਣਾਉਂਦਾ ਕੌਣ ਹੈ ਕਿਸੇ ਨੂੰ। ਮੇਰੇ ਮਨ ਵਿੱਚ ਇੱਥੇ ਕਿਸਾਨੀ ਨਾਲ ਜੁੜੀ ਹੋਈ ਗੱਲ ਨਾਲ ਸੰਬੰਧਿਤ ਗੱਲ ਇਹ ਬਣੀ ਕਿ ਸੱਜਣ ਬੈਠੇ ਨੇ, ਗੰਗਾ ਨਗਰ ਤੋਂ ਆਏ ਨੇ, ਰਾਜਸਥਾਨ ਤੋਂ। ਉਹਨਾਂ ਦੇ ਕੋਲ ਬੈਠਿਆਂ ਬੈਠਾ ਮੇਰਾ ਫੁਰਨਾ ਬਣਿਆ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ? ਕਹਿੰਦੇ ਗੰਗਾ ਨਗਰ ਤੋਂ। ਮੈਂ ਕਿਹਾ ਫਿਰ ਤਾਂ ਆਪਾਂ ਗਵਾਂਢੀ ਹਾਂ। ਕਹਿੰਦੇ ਅੱਛਾ ਜੀ ਗਵਾਂਢੀ। ਆਖਿਆ ਖੁਸ਼ੀ ਹੋਈ। ਮੈਂ ਉਹਨੂੰ ਦੱਸਿਆ ਵੀ ਟਰਾਲੀ ਦੇ ਪਿੱਛੇ ਫੋਟੋ ਬਣਾਈ ਜਾਂਦੀ ਹੁੰਦੀ ਸੀ, ਜੈ ਜਵਾਨ ਜੈ ਕਿਸਾਨ। ਮੈਂ ਕਿਹਾ ਵੀ ਦਾਸ ਦੇ ਨਾਨਾ ਜੀ ਚੱਕ ਮਹਾਰਾਜਕੇ ਤੋਂ, ਮੇਰੇ ਨਾਨਾ ਜੀ 100 ਕਿੱਲੇ ਦੇ ਮਾਲਕ ਸਨ। ਉਹਨਾਂ ਦੇ ਗਾਂ 2 ਬੇਟੇ ਨੇ, ਨਿਹਾਲ ਸਿੰਘ ਤੇ ਕੁਲਦੀਪ ਸਿੰਘ, ਚੱਕ ਮਹਾਰਾਜਕੇ ਤੋਂ, ਰਾਜਸਥਾਨ ਤੋਂ, ਗੰਗਾ ਨਗਰ ਤੋਂ। ਤੇ ਮੇਰੇ ਪਿਤਾ ਜੀ 82 ਕਿੱਲਿਆਂ ਦੇ ਮਾਲਕ ਸਨ, ਤੇ ਅਸੀਂ 4 ਭਰਾ ਸਕੇ, ਤੇ ਜਿਹਦੇ ਵਿੱਚੋਂ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਨੇ ਸੰਨ 72 'ਚ ਮੈਨੂੰ ਛੋਟੇ ਜਿਹੇ ਨੂੰ 2-2.5 ਸਾਲ ਦੇ ਨੂੰ ਲੈ ਆਂਦਾ ਸੀ, ਸੇਵਾ ਦੇ ਮਾਰਗ ਦਾ ਪਾਂਧੀ ਬਣਿਆ। ਉਹਨਾਂ ਨੇ ਮੰਗ ਕੀਤੀ ਤੇ ਮੈਂ 4.5 ਸਾਲ ਦਾ ਹੋ ਕੇ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੀ ਜਦੋਂ ਕਾਰ ਸੇਵਾ ਆਰੰਭ ਹੋਈ ਸੀ, ਸੰਨ 74 'ਚ ਮੈਨੂੰ ਟੋਕਰੀ 'ਚ ਪਾ ਕੇ ਚਲੇ ਗਏ ਸੀ। ਉਸ ਤੋਂ ਬਾਅਦ ਜਿਵੇਂ ਜਿਵੇਂ ਸਤਿਗੁਰ ਸੇਵਾ ਲੈਂਦੇ ਰਹੇ ਅਸੀਂ ਕਰਦੇ ਰਹੇ। ਤੇ ਮੈਂ ਬੇਨਤੀ ਇਹ ਵੀ ਕਰਾਂਗਾ ਕਿ ਜਿੱਥੇ ਕੋਈ ਵੀ ਸੱਜਣ ਕੋ ਖੜ ਕੇ ਸੰਯੋਗ ਦੇ ਰਿਹਾ, ਉਹਦੇ ਨਾਲ ਰਲ ਮਿਲ ਕੇ ਗੱਲ ਕੀਤੀ ਜਾਵੇ, ਉਹਨੂੰ ਬੈਠ ਕੇ ਵਿਚਾਰ ਕੀਤੀ ਜਾਵੇ। ਜਿਹਦੇ ਪ੍ਰਥਾਏ ਗੁਰਬਾਣੀ 'ਚ ਜਿਗਰ ਆਉਂਦਾ, ਸਿੱਖੀ ਸਿੱਖਿਆ ਗੁਰ ਵਿਚਾਰ, ਸੰਤ ਜਨਾ ਮਿਲ ਕਰੋ ਵਿਚਾਰ। ਵਿਚਾਰ ਨਾਲ ਹੀ ਜਿਹੜੀ ਆਪਾਂ ਨੂੰ ਮੰਜ਼ਿਲ ਕੋਈ ਪ੍ਰਾਪਤ ਹੋ ਸਕਦੀ ਹੈ।
ਗੁਰੂ ਰਹਿਮਤ ਕਰੇ। ਕਿਸਾਨੀ ਨਾਲ ਸਾਰੇ ਆਪਾਂ ਸੰਬੰਧਿਤ ਹਾਂ। ਜੈ ਜਵਾਨ ਤੇ ਜੈ ਕਿਸਾਨ ਦੇ ਨਾਅਰੇ ਤੋਂ ਬੈਠਿਆਂ ਬੈਠਿਆਂ ਮੇਰੇ ਮਨ ਵਿੱਚ ਆਇਆ ਵੀ ਗੰਗਾ ਨਗਰ ਤੋਂ ਸ਼ੰਭੂ ਬੈਰੀਅਲ ਇੱਕ ਦਰਦ ਲੈ ਕੇ ਆਏ ਨਾ ਸੱਜਣ। ਮੈਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਬੈਨਰ ਪੜ੍ਹ ਰਿਹਾ ਸੀ ਵੀ ਸਿੱਖ ਰਾਜ ਸਥਾਪਿਤ ਕੀਤਾ ਉਹਨਾਂ ਨੇ, ਸਾਨੂੰ ਜ਼ਮੀਨ ਦੇ ਮਾਲਕੀਅਨ ਹੱਕ ਦਿਵਾਏ ਸਾਨੂੰ। ਤੇ ਗੁਰਮੁਖ ਪਿਆਰਿਓ, ਆਪਾਂ ਵਾਰਸ ਬਣ ਕੇ ਵਡਾਰੂਆਂ ਦੇ ਪੁਰਖਿਆਂ ਦੇ ਆਪਾਂ ਪਹਿਰਾ ਦਈਏ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਗੁਰੂ ਦਾ ਸਿੱਖ, ਸੱਚ ਜਾਣਿਓ ਸਾਡਾ ਗੁਰੂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ 10 ਗੁਰੂ ਸਾਹਿਬਾਨਾਂ ਦਾ ਜੀਵਨ ਹੈ ਹੀ ਦੂਜਿਆਂ ਵਾਸਤੇ ਹੀ, ਨਿੱਜੀ ਜੀਵਨ ਹੀ ਨਹੀਂ ਸੀ। ਮੋਤੀ ਮਹਿਰੇ ਨੇ ਜੱਗ ਦੁੱਧ ਦਾ ਪਿਆਇਆ ਤੇ ਉਹਨੇ ਕੀਮਤ ਕੀ ਚੁਕਾਈ? 14 ਜੀ ਕੋਹਲੂ ਵਿੱਚ ਪੜਵਾਏ ਉਹਨੇ, ਤੇ ਜੱਗ ਦੁੱਧ ਦਾ ਮੋਤੀ ਮਹਿਰੇ ਨੇ ਪਿਆਇਆ ਸੀ। ਪਰ ਸਾਡੀ ਪਿੰਡਾਂ 'ਚ ਕਿਤੇ ਟਸ਼ਨਬਾਜੀ ਹੋ ਜੇ ਤੇ ਲਲਕਾਰਾ ਤੇ ਬੜਕ ਮਾਰਦੇ ਆ, ਮੈਂ ਜੱਟ ਦਾ ਪੁੱਤ ਹਾਂ। ਜੱਟ ਦੇ ਪੁੱਤ ਦੀ ਰੜਕ ਬੜੀ ਵਿਖਾਉਂਦੇ ਆ ਕਿ ਅਸੀਂ ਜੱਟ ਦੇ ਪੁੱਤਾਂ, ਰੜਕ ਰੱਖਦੇ ਹਾਂ। ਪਰ ਮੋਤੀ ਮਹਿਰੇ ਨੇ ਦੁੱਧ ਪਿਆ ਕੇ ਤੇ 14 ਜੀ ਕੋਹਲੂ ਵਿੱਚ ਪੜਵਾ ਕੇ ਤੇ ਤਾਂ ਸੇਵਾ ਦਾ ਫਲ ਲੁੱਟਿਆ। ਤੇ ਭਾਈ ਨਗਈਆ ਸਿੱਖ ਨੇ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣੇ ਦੇ ਨੇੜੇ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਘੋੜਾ ਭੇਟ ਕਰਕੇ ਤੇ ਉਹਨੇ ਆਪਣੇ 7 ਜੀ ਕੋਹਲੂ ਵਿੱਚ ਪੜਵਾਏ ਸੀ। ਮੈਂ ਮਾਫੀ ਚਾਹੁੰਦਾ, ਅਸੀਂ ਕਮਜ਼ੋਰ ਬੜੇ ਥਾਵਾਂ 'ਤੇ ਅਸੀਂ ਵੀ ਸਮਾਜ ਵਿੱਚ ਵਿਚਰਦੇ ਹਾਂ। ਜਦੋਂ ਸਾਡੀਆਂ ਪੇਂਡੂ ਇਲੈਕਸ਼ਨਾਂ ਹੁੰਦੀਆਂ ਨਾ, ਸਰਪੰਚਾਂ ਦੀਆਂ, ਪੰਚਾਇਤਾਂ ਦੀਆਂ, ਮੈਂ ਸੁਣਦਾ ਹੁੰਦਾ ਸਾਂ ਇੱਕ ਗੱਲ ਕਿ ਲੋਕ ਸ਼ਰਾਬ ਦੀ ਬੋਤਲ 'ਤੇ ਵਿਕਦੇ। ਮੈਂ ਸੁਣਦਾ ਸਾਂ, ਪਰ ਇੱਕ ਦਿਨ ਮੈਂ ਅੱਖੀ ਇੱਕ ਬੰਦੇ ਨੂੰ ਵੇਖਿਆ, ਮੈਂ ਕੋਕ ਦੀ ਬੋਤਲ 'ਤੇ ਵਿਕਦੇ ਨੂੰ ਵੇਖਿਆ। ਤੇ ਬੰਦੇ ਦੀ ਸਮਰੱਥਾ ਹਰ ਪੱਖ ਤੋਂ ਵਾਧੂ ਸੀ। ਬੜੀ ਕਿਰਪਾ ਸੀ ਗੁਰੂ ਸਾਹਿਬ ਦੀ, ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਜਾਇਦਾਦ, ਜ਼ਮੀਨ, ਸਾਰਾ ਕੁਝ। ਪਰ ਮੈਂ ਬੜਾ ਹੈਰਾਨ ਹੋਇਆ ਇਹਨੂੰ ਵੇਖ ਕੇ। ਮੈਂ ਕਿਹਾ ਜਿਹੜਾ ਆਪਣੀ ਸੱਥ ਕੱਠ 'ਚ ਸੱਚ ਨਹੀਂ ਬੋਲ ਸਕਦਾ, ਇਹ ਕਿਸੇ ਵੱਡੇ ਮੁਕਾਮ ਦਾ ਮਾਲਕ ਬਣਿਆ, ਉੱਥੇ ਕੀ ਸੱਚ ਬੋਲੇਗਾ? ਸੱਚ ਬੋਲਣਾ ਬਹੁਤ ਔਖਾ ਹੈ। ਗੁਰੂ ਰਹਿਮਤ ਕਰੇ। ਗੁਰਮੁਖ ਪਿਆਰਿਓ, ਜਿਹੜੇ ਤੁਸੀਂ ਆਪਣੇ ਹੱਕ ਸੱਚ ਦੀ ਲੜਾਈ ਲੜਦੇ ਹੋ, ਆਪਾਂ ਇੱਕ ਵਿਚਾਰ ਤੇ ਦਲੀਲ ਨਾਲ ਗੱਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਗੁਰੂ ਨਾਨਕ ਸਾਹਿਬ ਨੇ ਵਿਚਾਰਾਂ ਨਾਲ ਹੀ, ਜਦੋਂ ਨਾਨਕ ਮਤੇ ਗਏ ਨਾ ਗੁਰੂ ਨਾਨਕ ਸਾਹਿਬ, ਜਦੋਂ ਸਿੱਧਾਂ ਨਾਲ ਗਿਆਨ ਗੋਸ਼ਟ ਕਰਨ ਲੱਗੇ ਤੇ ਸਿੱਧ ਬੁੜਕਣ ਲੱਗੇ, ਅਧੂਰੇ ਸਨ ਨਾ, ਬੁੜਕਣ ਲੱਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਰੋਸ ਨਾ ਕੀਜੈ ਉੱਤਰ ਦੀਜੈ। ਕਹਿੰਦੇ ਰੋਸ ਨਾ ਕਰੋ, ਉੱਤਰ ਦਿਓ। ਸੋ ਕਹਿਣ ਤੋਂ ਭਾਵ ਗੁਰਮੁਖ ਪਿਆਰਿਓ, ਮੈਂ ਤਾਂ ਵੈਸੇ ਤੁਹਾਡੇ ਪ੍ਰੇਮ ਪਿਆਰ ਦੀ ਹਾਜ਼ਰੀ ਦੇ ਵਿੱਚ ਜਿੰਨੀ ਕੁ ਸਤਿਗੁਰ ਸਾਡੇ ਤੋਂ ਸੇਵਾ ਲੈਂਦੇ ਨਾ, ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੇ ਸਾਂਝੀ ਹਾਂ। ਮੈਂ ਬੜਾ ਧੱਕਾ ਹੁੰਦਾ ਦੇਖਿਆ, ਤੁਸੀਂ ਸਾਰੇ ਧੱਕੇ ਹੁੰਦੇ ਦੇਖਦੇ ਹੋ। ਅਖਲਾਕੀ ਤੌਰ 'ਤੇ ਸਾਨੂੰ ਕਿੱਥੇ ਕਿੱਥੇ ਜਲੀਲ ਕੀਤਾ ਜਾਂਦਾ ਹੈ। ਭਾਈਚਾਰਕ ਸਾਂਝਾਂ ਸਾਡੀਆਂ ਏਡੀਆਂ ਕਮਜ਼ੋਰ ਹੋ ਗਈਆਂ ਨੇ, ਗੱਲਾਂ ਹੀ ਛੱਡ ਦਿਓ। ਅਸੀਂ ਕਿੰਨੇ ਕੁ ਧੀਆਂ ਦੇ ਹੱਕਾਂ 'ਚ ਖੜ੍ਹਦੇ ਹਾਂ। ਸੱਚ ਜਾਣਿਓ, ਜੇ ਸਾਡੀ ਧੀ ਦਾ ਕਿਤੇ ਦੁੱਖ ਬਣੇ ਤੇ ਅਸੀਂ ਦੁੱਖ ਮੰਨਦੇ ਹਾਂ, ਜਦੋਂ ਕਿਸੇ ਦੀ ਧੀ ਦੀ ਗੱਲ ਬਣੇ ਤੇ ਅਸੀਂ ਪੰਚਾਇਤੀ ਬਣ ਕੇ ਖੜ੍ਹ ਜਾਂਦੇ ਹਾਂ। ਇਹ ਮੈਂ ਸਮਾਜ ਵਿੱਚ ਦੇਖਦਾ, ਬੜਾ ਕੁਛ ਹੁੰਦਾ ਦੇਖਦੇ ਹਾਂ। ਆਪਾਂ ਹਰ ਕਿਸੇ ਦੇ ਦਰਦ ਨੂੰ ਦਰਦ ਸਮਝ ਕੇ ਆਪਾਂ ਦਰਦ ਮੰਨੀਏ। ਦੇਖੋ, ਜਿੱਥੇ ਮੈਂ ਕਹਿੰਦਾ ਹੁੰਦਾ ਤੁਸੀਂ ਧੀ ਵਿਆਹੁਣੀ ਹੋਵੇ, ਸਾਡੇ ਕੋਲੇ ਪੈਮਾਨੇ ਲੱਗ ਗਏ ਨੇ। ਬੱਚੇ ਨੇ ਆਈਲੈਟ ਕੀਤਾ, ਕੋਠੀ ਹੈਗੀ ਹੈ, ਕਾਰ ਹੈਗੀ ਹੈ, ਬੈਂਕ ਬੈਲੈਂਸ ਹੈਗਾ, ਭੜੋਲੇ ਵਿੱਚ 4 ਦਾਣੇ ਹੈਗੇ ਨੇ, ਜਗੀਰ ਬੱਚੇ ਨੂੰ ਆਉਂਦੀ ਹੈ। ਸਾਰਾ ਪੈਮਾਨਾ ਦੇਖੀ ਜਾਵਾਂਗੇ ਤੇ ਕਦੇ ਕਿਸੇ ਨੇ ਪੁੱਛਿਆ ਵੀ ਕਿੰਨੀ ਕੁ ਜ਼ਮੀਰ ਦਾ ਮਾਲਕ ਹੈ, ਕਿਸੇ ਨੇ ਵੇਖਿਆ? ਬਾਕੀ ਸਾਰਾ ਕੁਝ ਵੇਖੀ ਜਾਵਾਂਗੇ ਅਸੀਂ, ਪਰ ਅਸੀਂ ਜ਼ਮੀਰਾਂ ਦੇ ਪੈਮਾਨੇ ਵਚਨੇ ਛੱਡ ਦਿੱਤੇ ਨੇ ਤੇ ਅਸੀਂ ਬੜੇ ਕਮਜ਼ੋਰ ਹੋ ਗਏ ਹਾਂ। ਜਿੱਥੇ ਤੁਸੀਂ ਇਹ ਸਾਰਾ ਕੁਝ ਦੇਖਦੇ ਹੋ, ਸਾਰਾ ਕੁਝ ਆਪਾਂ ਦੇਖਦੇ ਹਾਂ, ਉੱਥੇ ਜ਼ਮੀਰਾਂ ਦੇ ਵੀ ਪੈਮਾਨੇ ਜ਼ਰੂਰ ਵੇਖਿਆ ਕਰੀਏ। ਸੋ ਗੁਰਮੁਖ ਪਿਆਰਿਓ, ਇਹ ਮੇਰੀ ਹਾਜ਼ਰੀ ਗੁਰਦੁਆਰਾ ਲੰਗਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਹਾਂਪੁਰਖ
ਬਾਬਾ ਨਰਿੰਦਰ ਸਿੰਘ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਜੀ ਕੰਨਿਓ ਹਾਜ਼ਰੀ ਜਾਣ ਕੇ ਪ੍ਰਵਾਨ ਕਰ ਲਿਓ। ਸਾਡਾ ਕੋਈ ਬਾਹਲਾ ਅਸੀਂ ਨੌਲੇਜ ਨਹੀਂ ਰੱਖਦੇ। ਦੱਸ ਮੈਂ ਆਪ ਜੀ ਨੂੰ ਤੁਹਾਨੂੰ ਸਾਰਾ ਬਾਇਓਡਾਟਾ ਦਿੱਤਾ, ਮੇਰਾ ਪਰਿਵਾਰ ਦਾ ਵੀ, ਜੀਵਨ ਦਾ ਵੀ। ਮੇਰੀ ਜਨਮ ਭੂਮੀ ਸਾਦੁਲ ਸ਼ਹਿਰ ਮਟੀਲੀ ਗੰਗਾ ਨਗਰ ਦੇ ਨੇੜੇ ਵੇ, ਪਰ ਸਾਡਾ ਸੰਬੰਧ ਕੋਈ ਨਹੀਂ। ਜਿਹੜੀ ਮੇਰੇ ਹਿੱਸੇ ਬਹਿੰਦੀ ਜ਼ਮੀਨ ਮੈਨੂੰ 20-22 ਕਿੱਲੇ ਆਉਂਦੀ ਸੀ, ਉਹ ਮੈਂ ਆਪਣੀ ਮਾਂ ਨੂੰ ਦੇ ਕੇ ਆ ਗਿਆ। ਮੈਂ ਕਿਹਾ ਮਾਤਾ ਤੂੰ ਇਹਦੇ 'ਤੇ ਆਨੰਦ ਮਾਣ, ਅਤੇ ਮੈਂ ਕੌਮ ਦਾ ਸੇਵਾਦਾਰ ਬਣ ਕੇ ਅਤੇ ਸੇਵਾ ਨੂੰ ਸਮਰਪਿਤ ਰਹਿ ਕੇ, ਅਤੇ ਮੈਂ ਤਾਂ ਸੇਵਾ ਹੀ ਕਰਨੀ ਹੈ ਨਾ। ਸੋ ਮੈਂ ਜਿੱਥੇ ਇਹ ਤੁਹਾਡੇ ਵਿਚਾਰ ਕਿਸਾਨੀ ਨਾਲ ਵੀ ਸੰਬੰਧਿਤ ਰੱਖ ਰਿਹਾ, ਅਤੇ ਮੈਂ ਇਹ ਵੀ ਗੱਲ ਰੱਖ ਰਿਹਾ ਕਿ ਜਿੱਥੇ ਕਿੱਥੇ ਵੀ ਪ੍ਰੇਮ ਪਿਆਰ ਦੀ ਗੱਲ ਕੀਤੀ ਜਾਣੀ ਚਾਹੀਦੀ, ਸਾਨੂੰ ਸੱਦ ਬਿਠਾ ਕੇ ਕੀਤਾ ਜਾਣਾ ਚਾਹੀਦਾ। ਉਹ ਮੈਂ ਤਾਂ ਬੀਬੀ ਜੀ ਦੇ ਵਿਚਾਰ ਵੀ ਬਹੁਤ ਚੰਗੇ ਸੁਣ ਰਿਹਾ ਸੀ। ਮੈਂ ਤਾਂ ਸਰੋਤਾ ਬਣ ਕੇ ਸਰਵਣ ਕਰਨਾ ਲੋਚਦਾ ਹਾਂ, ਮੈਂ ਬਕਤਾ ਨਹੀਂ ਹੈਗਾ। ਮੈਂ ਤਾਂ ਸਰੋਤਾ ਵਾਂ, ਸੰਗਤ ਵਿੱਚ ਬੈਠ ਕੇ ਸੁਣਨ ਵਾਲਾ, ਮੈਂ ਬਕਤਾ ਨਹੀਂ। ਪਰ ਮੈਨੂੰ ਬੰਨ੍ਹਣਾ ਪੈ ਗਿਆ। ਮੈਂ ਬੈਠਾ ਬੈਠਾ ਸੁਣਦਿਆਂ ਮੈਂ ਕਿਹਾ ਖੁੱਲ੍ਹੀ ਜੀ ਸਟੇਜ ਹੈ, ਕਹਿੰਦੇ ਕੋਈ ਵੀ ਵਿਚਾਰ ਰੱਖ ਸਕਦਾ। ਅਤੇ ਮੈਂ ਕਿਹਾ ਗੁਰਮੁਖੋ ਮੈਂ ਵੀ ਫਤਿਹ 5-4 ਮਿੰਟ ਦੀ ਬੁਲਾ ਦਿੰਦਾ, ਪਰ ਮੈਂ ਕਦੇ ਬੁਲਾਈ ਨਹੀਂ ਸੀ। ਇਸ ਟੌਪਿਕ 'ਤੇ ਅਸੀਂ ਨੌਲੇਜ ਨਹੀਂ ਰੱਖਦੇ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਤੁਹਾਡੇ ਹੱਕ ਸੱਚ ਦੀ ਆਵਾਜ਼ ਦੇ ਲਈ ਗੁਰੂ ਬਲ ਬਖਸ਼ਿਸ਼ ਇਸ ਤਰ੍ਹਾਂ ਕਰਨ, ਜਿਵੇਂ ਕਿ ਭਾਈ ਤਾਰੂ ਸਿੰਘ ਨੂੰ, ਮਤੀ ਦਾਸ ਨੂੰ, ਸ਼ਹੀਦਾਂ ਨੂੰ ਗੁਰੂ ਸਾਹਿਬ ਨੇ ਬਲ ਬਖਸ਼ਿਸ਼ ਕੀਤਾ ਸੀ। ਤੁਸੀਂ ਉਹ ਯੋਧਿਆਂ ਦੀ ਧਰਤੀ ਦੇ ਮਾਲਕ ਹੋ, ਅਤੇ ਤੁਸੀਂ ਇਹ ਸਾਰੇ ਬਹਾਦਰੀ ਦੇ ਕਾਰਜ ਰੱਖਦੇ ਹੋਏ, ਸੂਝ-ਬੂਝ ਰੱਖਦੇ ਹੋਏ, ਹਰ ਗੱਲ ਨੂੰ ਤੌਰ ਤਰੀਕੇ ਨਾਲ, ਵਧੀਆ ਤਰੀਕੇ ਨਾਲ ਪਹੁੰਚਾ ਸਕੋ। ਜਿਵੇਂ ਸੱਜਣ ਕਹਿ ਰਹੇ ਸੀ ਵੀ ਸਾਡਾ ਧੂਆਂ ਤਾਂ ਦਿੱਲੀ ਪਹੁੰਚ ਗਿਆ, ਪਰ ਸਾਡੀਆਂ ਇਹ ਆਵਾਜ਼ਾਂ ਵੀ ਪਹੁੰਚ ਜਾਣੀਆਂ ਚਾਹੀਦੀਆਂ ਨੇ। ਅਤੇ ਬਹੁਤ ਸੋਹਣੀ ਗੱਲ ਗੁਰਮੁਖਾਂ ਨੇ ਆਖੀ, ਸਾਡੀਆਂ ਇਹ ਆਵਾਜ਼ਾਂ ਜਾਣਗੀਆਂ। ਵਿਚਾਰਾਂ ਹੀ ਨੇ, ਇੱਥੇ ਕਿਹੜਾ ਕਿਸੇ ਨੇ ਕੋਈ ਤੋਪ ਫੜੀ ਹੈ ਜਾਂ ਕੋਈ ਡਾਂਗਾ ਫੜੀਆਂ ਨੇ, ਇਹ ਤਾਂ ਹੈ ਹੀ ਨਹੀਂ। ਸਾਡੀ ਕੋਈ ਵਿਚਾਰ ਹੈ। ਕਹਿੰਦੇ ਰੋਈਏ ਨਾ ਅਤੇ ਮਾਂ ਵੀ ਨਹੀਂ ਦੁੱਧ ਦਿੰਦੀ, ਇਹ ਤਾਂ ਸਾਡਾ ਰੋਣਾ ਹੀ ਮੰਨ ਲਓ। ਇਹੀ ਪ੍ਰਵਾਨ ਕਰ ਲੈਣ ਵੀ ਕਿਉਂ ਇਹ ਕਲਪਦੇ ਨੇ, ਇੰਨਾ ਕੁ ਪ੍ਰਵਾਨ ਕੀਤਾ ਜਾਵੇ ਤਾਂ ਤਾਂ ਵੀ ਮਸਲੇ ਹੱਲ ਹੋ ਸਕਦੇ ਨੇ। ਸੋ ਬਹੁਤ ਬਹੁਤ ਧੰਨਵਾਦ ਜਿਤਨੇ ਪ੍ਰੇਮੀ ਜਨ ਬੈਠੇ ਹੋ, ਸਾਰਿਆਂ ਨੂੰ ਗੁਰਫਤਿਹ ਦੀ ਸਾਂਝ ਅਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।